नमस्कार, ओम शांति। सतगुरु करता पुरख 'ਚ ਅੱਜ ਫਿਰ ਤੁਹਾਡਾ ਸਵਾਗਤ ਹੈ। ਪਿਛਲੀ ਕੜੀ 'ਚ ਅਸੀਂ ਜਗਦੀਸ਼ ਭਾਈ ਦੇ ਬਾਰੇ 'ਚ ਗੱਲ ਕਰਿਆ ਕਰਦੇ ਥੇ। ਉਹਨਾਂ ਦੇ ਬਾਰੇ 'ਚ ਹੀ ਗੱਲ ਕਰੂੰਗੇ। ਜ਼ਿਆਦਾ ਸਮੇਂ ਨਾ ਬਰਬਾਦ ਕਰਦੇ ਹੋਏ ਆਈਏ ਭਾਈ ਦਾ ਸਵਾਗਤ ਕਰਦੇ ਹਾਂ ਤੇ ਨਾਲੇ ਗੱਲ ਨੂੰ ਅੱਗੇ ਪੜਾਉਂਦੇ ਹਾਂ। ਭਾਈ ਜੀ ਤੁਹਾਡਾ ਸਤਿਗੁਰੂ ਕਰਤਾ ਪੁਰਖ 'ਚ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਉਹਨਾਂ ਦੇ ਬਾਰੇ 'ਚ ਬੋਲਦੇ थे कि वो अथक सेवाधारी थे। ना दिन देखते थे, ना रात देखते थे, ना बारिश, ना गर्मी, ना तूफान, कुछ भी नहीं। ਤਾਂ ਤੁਸੀਂ ਉਹਨਾਂ ਦੇ ਨਾਲ ਜਿਹੜੀ ਸੇਵਾ ਕੀਤੀ, ਕੋਈ ਐਸਾ ਅਨੁਭਵ ਜਿਹੜਾ ਤੁਹਾਨੂੰ ਲੱਗੇ ਕਿ ਹਾਂ ਵੀ ਇਹ ਸਾਰਾ ਦਿਨ ਹੀ ਸੇਵਾ ਕਰਦੇ, ਮਤਲਬ ਉਹ ਕੋਈ ਵੀ ਚੀਜ਼ ਨਹੀਂ ਦੇਖਦੇ थे, ਸਿਰਫ ਉਹਨਾਂ ਨੂੰ ਸੇਵਾ ਸੇਵਾ ਸੇਵਾ। ਉਹਨਾਂ ਦੀ ਡਰੈਸ ਬਹੁਤ ਇਤਨੀ ਐਕੂਰੇਟ ਡਰੈਸ ਸੀ ਉਹਨਾਂ ਦੀ। ਚੂੜੀਦਾਰ ਪਜਾਮਾ ਪਹਿਨਦੇ ਸੀ ਔਰ ਕੁੜਤਾ, ਜਿਸ ਤਰ੍ਹਾਂ ਮੈਂ ਕੁੜਤਾ ਪਹਿਨਦਾ ਹੀ ਇਸ ਤਰ੍ਹਾਂ ਹੀ ਕੁੜਤਾ ਸੀ ਉਹਨਾਂ ਦਾ ਜੀ। ਔਰ ਜੈਕਟ ਪਹਿਨਦੇ ਸੀ, ਉਹਨੂੰ ਨਹਿਰੂ ਜੈਕਟ ਕਹਿੰਦੇ ਸੀ ਉਹਨਾਂ ਦੇ ਨਾਲ। ਔਰ ਸਿਰ ਤੇ ਟੋਪੀ ਹੁੰਦੀ ਸੀ। ਔਰ ਬਾਕੀ ਇਹ ਹੈ ਕਿ ਜਦੋਂ ਵੱਡੇ ਕੋਈ ਪ੍ਰੋਗਰਾਮ ਹੁੰਦੇ ਸੀ ਜੀ ਤੇ ਉਹਦੀ ਸਾਰੀ ਪਲੈਨਿੰਗ ਉਹ ਕਰਦੇ ਸੀ। ਅੱਛਾ। ਮੈਂ ਇੱਕ ਮਿਸਾਲ ਤੁਹਾਨੂੰ ਛੋਟਾ ਜਿਹਾ ਦਿੰਦਾ ਜੀ। 1973 'ਚ ਆਪਣੀ ਇੱਕ ਮੀਟਿੰਗ ਹੋਈ ਸੀ ਜੀ, ਆਲ ਇੰਡੀਆ ਦੀ ਮੀਟਿੰਗ, ਜਿਹਦੇ ਵਿੱਚ ਸਾਰੇ ਮੁੱਖ ਭਾਈ ਭੈਣ ਪਾਰਟਿਸਿਪੇਟ ਕਰਨ ਵਾਸਤੇ ਆਏ ਹੋਏ ਸੀ। ਦਿੱਲੀ 'ਚ ਕੋਈ ਇਹੋ ਜਿਹਾ ਵੱਡਾ ਪ੍ਰੋਗਰਾਮ ਕਰੀਏ ਜੀ ਤਾਂ ਕਿ ਬਾਬਾ ਕਹਿੰਦੇ ਦਿੱਲੀ ਨਿਊਜ਼ ਵਰਲਡ ਨਿਊਜ਼ ਬਣ ਜਾਂਦੀ। ਤੇ ਉਸ ਵਾਸਤੇ ਅਸੀਂ ਸਭ ਇਕੱਠੇ ਪਾਂਡਵ ਭਵਨ 'ਚ ਦਿੱਲੀ 'ਚ ਹੋਏ ਸੀ। ਔਰ ਉਸ ਵੇਲੇ ਰਾਮਲੀਲਾ ਮੈਦਾਨ ਜੀ, ਰਾਮਲੀਲਾ ਮੈਦਾਨ 'ਚ ਪ੍ਰੋਗਰਾਮ ਕਰਨ ਦਾ ਫਾਈਨਲ ਕੀਤਾ। ਔਰ ਪ੍ਰੋਗਰਾਮ ਕੀ ਕਰਨਾ ਹੀ, ਉਹ ਬੜਾ ਵੈਰਾਈਟੀ ਪ੍ਰੋਗਰਾਮ ਸੀ। ਇੱਕ ਤੇ ਸਭ ਤੋਂ ਵੱਡਾ ਪ੍ਰੋਗਰਾਮ ਇਹ ਸੀ ਕਿ ਸਾਰੇ ਜਿਹੜੇ ਸਾਡੇ ਜ਼ੋਨਸ ਹੈਗੇ ਸੀ ਜੀ, ਸਮਝੋ 12 ਜ਼ੋਨ ਹੈਗੇ, ਤੇ 12 ਜ਼ੋਨਸ ਦੀ ਤਰਫੋਂ ਹਰ ਇੱਕ ਜ਼ੋਨ ਦਾ ਆਪਣਾ ਇੱਕ ਪੈਵੀਲੀਅਨ ਬਣੇਗਾ। ਔਰ ਉਹ ਪੈਵੀਲੀਅਨ 'ਚ ਅਲੱਗ-ਅਲੱਗ ਹਰ ਇੱਕ ਨੂੰ ਸਬਜੈਕਟ ਦਿੱਤੇ ਸੀ। ਕਿਸੇ ਨੂੰ ਗਿਆਨ ਦਾ ਸਬਜੈਕਟ, ਕਿਸੇ ਨੂੰ ਯੋਗ ਦਾ ਸਬਜੈਕਟ, ਕਿਸੇ ਨੂੰ ਗੀਤਾ ਦੇ ਭਗਵਾਨ ਦਾ ਸਬਜੈਕਟ, ਕਿਸੇ ਨੂੰ ਮੈਡੀਟੇਸ਼ਨ ਦਾ ਸਬਜੈਕਟ, 12 ਇਸ ਤਰ੍ਹਾਂ। ਔਰ ਕਲਕੱਤਾ ਦੀ ਤਰਫ ਬੰਗਾਲ ਸਾਈਡ 'ਤੇ ਉਹਨਾਂ ਨੂੰ ਵਿਸ਼ੇਸ਼, ਕਿਉਂਕਿ ਉੱਥੇ ਦੁਰਗਾ ਪੂਜਾ ਹੁੰਦੀ ਹੈ। ਹਾਂਜੀ ਹਾਂਜੀ। ਤੇ ਦੁਰਗਾ ਪੂਜਾ ਦਾ ਜਿਹੜਾ ਵੱਡਾ ਸਟਾਲ ਬਣਨਾ ਸੀ, ਬਾਕਾਇਦਾ ਉੱਥੇ ਦੁਰਗਾ ਦੀ ਮੂਰਤੀ ਔਰ ਉਹ ਸਭ ਸਥਾਪਿਤ ਕਰ, ਉਹ ਸਾਰਾ ਉਹਨਾਂ ਨੂੰ ਦਿੱਤਾ। ਔਰ ਫਿਰ 15 ਦਿਨ ਦਾ ਪ੍ਰੋਗਰਾਮ ਰੱਖਿਆ ਸੀ। ਔਰ ਉਹ 15 ਦਿਨਾਂ 'ਚ ਇਹ ਜਿਹੜਾ ਵਰਗੀਕਰਨ ਦੇ ਹਿਸਾਬ ਨਾਲ ਸੇਵਾ ਕਰਨ ਦਾ ਪਲਾਨ, ਇਹ ਵੀ ਉਹਨਾਂ ਨੇ ਬਣਾਇਆ ਸੀ ਜੀ। ਤੇ 15 ਦਿਨ 'ਚ ਇੱਕ ਦਿਨ 'ਚ 2 ਵਰਗਾਂ ਦਾ ਪ੍ਰੋਗਰਾਮ ਹੁੰਦਾ ਸੀ, ਸੈਮੀਨਾਰਸ ਦਾ। ਅੱਛਾ। ਉੱਥੇ ਆਡੀਟੋਰੀਅਮ ਉਹਦਾ ਅਲੱਗ ਬਣਾਇਆ ਸੀ। ਔਰ ਉਸ ਦੀ ਸੇਵਾ ਵਾਸਤੇ ਨਿਊਯਾਰਕ ਵਾਲੀ ਮੋਇਨੀ ਬਹਿਨ ਉਸ ਵੇਲੇ ਸਾਊਥ ਐਕਸਟੈਂਸ਼ਨ ਦਿੱਲੀ 'ਚ ਸੇਵਾ ਵਾਸਤੇ ਸੀ ਜੀ। ਉਹਨਾਂ ਦੀ ਔਰ ਮੇਰੀ ਜ਼ਿੰਮੇਵਾਰੀ ਉਹਦੇ ਵਾਸਤੇ ਦਿੱਤੀ ਕਿ ਤੁਸੀਂ ਇਹ ਸੰਭਾਲੋ। ਤੇ ਤੁਸੀਂ ਸੋਚੋ 15 ਦਿਨ 'ਚ 2 ਪ੍ਰੋਗਰਾਮ ਕਰਨੇ, 30 ਸੈਮੀਨਾਰ ਜੀ, ਬਹੁਤ ਔਖਾ। ਹਰ ਇੱਕ ਸੈਮੀਨਾਰ ਵਾਸਤੇ ਉਹਦੇ ਸਪੀਕਰਸ, ਤੇ ਉਹ ਕਿਸ ਤਰ੍ਹਾਂ ਕਰੀਏ। ਤਾਂ ਫਿਰ ਉਹਨਾਂ ਦਿਨਾਂ 'ਚ ਇਹ ਵਰਗੀਕਰਨ ਦੇ ਹਿਸਾਬ ਨਾਲ ਕਿ ਇੱਕ ਦਿਨ ਬਈ
जजेस और हाई कोर्ट, सुप्रीम कोर्ट और हाई कोर्ट जजेस और ਉਹਨਾਂ ਦੇ ਐਡਵੋਕੇਟਸ, ਉਹਨਾਂ ਦਾ ਪ੍ਰੋਗਰਾਮ ਇੱਕ ਟਾਈਮ, ਇੱਕ ਟਾਈਮ ਐਜੂਕੇਸ਼ਨ ਦਾ ਸਾਰਾ ਪ੍ਰੋਗਰਾਮ ਇੱਕ ਟਾਈਮ, ਇਸ ਤਰ੍ਹਾਂ ਮਤਲਬ 15 ਦਿਨ ਲਗਾਤਾਰ ਜੀ ਦੋ ਪ੍ਰੋਗਰਾਮ ਅਲੱਗ-ਅਲੱਗ ਵਰਗਾਂ ਦੇ ਜੀ ਉਹ ਜੀ ਕੀਤੇ ਸੀ। ਬਹੁਤ ਸੇਵਾ ਹੋਈ ਸੀ ਉਹਦੇ 'ਚ। ਇਸ ਤਰ੍ਹਾਂ ਲਾਲ ਕਿਲੇ ਤੇ ਇੱਕ ਵੱਡਾ ਪ੍ਰੋਗਰਾਮ ਕੀਤਾ ਸੀ, ਜੀ ਉਹਦੀ ਪਲੈਨਿੰਗ ਵੀ ਉਹਨਾਂ ਨੇ ਕੀਤੀ ਸੀ। ਤੇ ਇਸ ਤਰ੍ਹਾਂ ਮਤਲਬ ਇੱਕ ਬਾਬਾ ਨੂੰ ਪ੍ਰਤੱਖ ਕਰਨ ਵਾਸਤੇ ਵੱਡੇ ਵੱਡੇ ਪ੍ਰੋਗਰਾਮ ਬਣਾਉਣੇ, ਔਰ ਉਹ ਜੋ ਉਹਦੇ ਯੋਗ ਹੋ ਉਹਨਾਂ ਨੂੰ ਉਹ ਕਾਰੋਬਾਰ ਦੇ ਦੇਣੀ, ਔਰ ਖੁਦ ਓਵਰਸੀ ਕਰਦੇ ਸੀ, ਉੱਪਰੋਂ ਦੇਖਣਾ। ਜੀ 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 ਤੇ ਮਤਲਬ ਉਹਨਾਂ ਦੀ ਇਸ ਕਰਕੇ ਤੇ ਕਿਹਾ ਨਾ, ਉਹਨਾਂ ਦੀ ਬੁੱਧੀ ਜਿਹੜੀ ਸੀ, ਉਹ ਬਾਬਾ ਕਹਿੰਦੇ ਸੀ ਇਹਦੀ 7 ਫੁੱਟੀ ਬੁੱਧੀ ਹੈ। ਉਹਨਾਂ ਨੂੰ ਗਣੇਸ਼ ਦਾ ਨਾਮ ਵੀ ਦਿੱਤਾ ਸੀ। ਗਣੇਸ਼ ਇਸ ਕਰਕੇ ਕਿ ਜਿਸ ਤਰ੍ਹਾਂ ਗਣੇਸ਼ ਸ਼ਾਸਤਰ ਲਿਖਣ ਵਾਸਤੇ ਮਸ਼ਹੂਰ ਹੈ, ਤੇ ਗਣੇਸ਼ ਦੀ ਬੁੱਧੀ ਇਸ ਇਹੋ ਜੀ ਕਿ ਬਾਬਾ ਨੇ ਇੱਕ ਇਸ਼ਾਰਾ ਦਿੱਤਾ ਕਿ ਬੱਚੇ ਇਹੋ ਜੀ ਕੋਈ ਕਿਤਾਬ ਬਣਾ, ਔਰ ਉਹ ਬਣਾ ਕੇ ਲਿਆਉਂਦੇ ਸੀ। ਇਸ ਕਰਕੇ ਗਣੇਸ਼ ਦਾ ਉਹਨਾਂ ਨੂੰ ਟਾਈਟਲ ਮਿਲਿਆ ਹੋਇਆ ਸੀ। ਜੀ ਉਹਨਾਂ ਨੂੰ ਬਾਬਾ ਪਰ ਬਹੁਤ ਨਿਸ਼ਚੈ ਥਾ, ਕਹਿੰਦੇ ਕਿ ਜੇ ਵੀ ਕੋਈ ਨਾਲ ਉਹਨਾਂ ਦੇ ਵਿਅਕਤੀ ਹੁੰਦਾ ਥਾ ਜਾਂ ਦਾਦੀਆਂ ਵੀ ਹੁੰਦੀ ਥੀ, ਜਗਦੀਸ਼ ਭਾਈ ਇਹ ਕਿੱਦਾਂ ਹੋਣਾ, ਇਹ ਤਾਂ ਨਹੀਂ ਹੋ ਸਕਦਾ। ਕਿਆ ਕਰਕੇ ਉਹਨਾਂ ਨੂੰ ਵਿਸ਼ਵਾਸ ਹੁੰਦਾ ਥਾ? ਇਹ ਸੇਵਾ ਕਰਕੇ ਜਾਂ ਪਰਮਾਤਮਾ ਕਰਕੇ? ਮਤਲਬ ਸਮਝ ਨਹੀਂ ਆਈ ਇਹ ਗੱਲ। ਇਹ ਸਿੱਧੀ ਜੀ ਗੱਲ ਹੈ, ਬੜਾ ਸਾਰ। ਜੀ ਇੰਦਰਾ ਗਾਂਧੀ ਸਟੇਡੀਅਮ ਸੀ ਜੀ ਜੀ ਹਾਂਜੀ, ਉਹ 25,000 ਲੋਕ ਬੈਠ ਸਕਦੇ ਉਹਦੇ 'ਚ, ਤੇ ਉੱਪਰੋਂ ਕੋਈ ਛੱਤ ਨਹੀਂ ਸੀ ਟੁੱਟੀ ਹੋਈ, ਜੀ ਦੇਖੋ। ਲੇਕਿਨ ਸਟੇਜ ਜਿਹੜੀ ਚਾਹੀਦੀ ਸੀ ਪ੍ਰੈਜ਼ੀਡੈਂਟ ਦੇ ਹਿਸਾਬ ਨਾਲ, ਪ੍ਰੈਜ਼ੀਡੈਂਟ ਸ਼ੰਕਰ ਦਿਆਲ ਸ਼ਰਮਾ ਜੀ ਨੇ ਆਉਣਾ ਸੀ, ਜੀ ਔਰ ਉਹ ਸਟੇਜ ਜਿਹੜੀ ਬਣੀ ਸੀ ਉਹ ਇਤਨੀ ਹਾਈ ਲੈਵਲ ਦੀ ਨਹੀਂ। ਹਾਈ ਲੈਵਲ ਤੇ ਛੱਡੋ, ਵੀ ਤੁਸੀਂ ਇਧਰੋਂ ਸਟੇਜ ਤੇ ਜਾਣਾ ਹੀ ਚੱਲ ਕੇ, ਜੀ ਤੇ ਉਹ ਥੋੜੀ ਹਿੱਲੇ ਕਰਦੇ ਹਿਲਦੀ ਸੀ। ਓਕੇ ਓਕੇ। ਇਸ ਕਰਕੇ ਸਿਕਿਉਰਿਟੀ ਵਾਲੇ ਜਿਹੜੇ ਸੀ, ਉਹ ਇਸ ਚੀਜ਼ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਮੁਸ਼ਕਿਲ ਹੈ। ਲੇਕਿਨ ਫਿਰ ਕਿਉਂਕਿ ਪ੍ਰੈਜ਼ੀਡੈਂਟ ਦੇ ਨਾਲ ਗੱਲਾਂ ਬਾਤਾਂ ਪਹਿਲੇ ਹੋ ਚੁੱਕੀਆਂ ਸੀ, ਜੀ ਜੀ ਔਰ ਪ੍ਰੈਜ਼ੀਡੈਂਟ ਸ਼ੰਕਰ ਦਿਆਲ ਸ਼ਰਮਾ ਜਦੋਂ ਕਾਂਗਰਸ ਦੇ ਪ੍ਰੈਜ਼ੀਡੈਂਟ ਹੈਗੇ ਸੀ, ਉਸ ਵੇਲੇ ਸਾਡਾ ਰਾਮਲੀਲਾ ਮੈਦਾਨ ਦਾ ਪ੍ਰੋਗਰਾਮ ਹੋਇਆ ਸੀ, ਜੀ ਜੀ ਔਰ ਉਹਨਾਂ ਨੇ ਉਹ ਦੇਖਿਆ ਹੋਇਆ ਸੀ। ਅੱਛਾ। ਔਰ ਉਹਨਾਂ ਦੇ ਨਾਲ ਲਗਾਤਾਰ ਜਿਸ ਤਰ੍ਹਾਂ ਨਹੀਂ ਗੱਲਬਾਤ ਹੁੰਦੀ ਹੈ, ਭੈਣਾਂ ਜਾਂਦੀਆਂ ਰਾਖੀ ਬੰਨ੍ਹਦੀਆਂ, ਔਰ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਵਾਸਤੇ ਮਿਲਦੇ ਰਹਿਣਾ। ਔਰ ਉਹਨਾਂ ਦਿਨਾਂ 'ਚ ਮੇਰਾ ਖਿਆਲ ਹੈ ਬਾਬਾ ਦੀ ਇੱਕ ਸਟੈਂਪ ਵੀ ਨਿਕਲੀ ਸੀ, ਉਹ ਵੀ ਉਹਨਾਂ ਨੇ ਉਹ ਸਟੈਂਪ ਰਿਲੀਜ਼ ਕੀਤੀ ਸੀ। ਜੀ ਜੀ ਤੇ ਇਸ ਕਰਕੇ ਇੱਕ ਦੇਖਿਆ ਗਿਆ ਹੀ ਕਿ ਅਗਰ VVIP ਜੋ ਜਿਹਨੂੰ ਨਿਮੰਤਰਣ ਦਿੰਦੇ ਆ, ਉਹਦਾ ਤੁਹਾਡੇ ਨਾਲ ਕੀ ਕਹਿੰਦੇ ਇਹਨੂੰ, ਬੈਲੈਂਸ ਬੈਲੈਂਸ ਨਹੀਂ, ਇਹ ਮਿਲਣਾ ਜੁਲਣਾ ਕਿਸ ਤਰ੍ਹਾਂ ਤਾਲਮੇਲ ਹੈਗਾ, ਕਿਸ ਤਰ੍ਹਾਂ ਤਾਲਮੇਲ ਕਿਸ ਤਰ੍ਹਾਂ ਹੈ? ਤੇ ਉਹ ਉਹਦੇ ਤੇ ਬੜਾ ਡਿਪੈਂਡ ਕਰਦਾ। ਅੱਛਾ। ਤੇ ਇਸ ਕਰਕੇ, ਔਰ ਵੈਸੇ ਵੀ ਸ਼ੰਕਰ ਦਿਆਲ ਸ਼ਰਮਾ ਜੀ ਬਹੁਤ ਹੀ ਭਲੇ ਆਦਮੀ ਸੀ, ਪ੍ਰੈਜ਼ੀਡੈਂਟ ਹੋਣ ਕਰਕੇ ਵੀ, ਲੇਕਿਨ ਇਤਨੇ ਅੱਛਾ ਵਿਅਕਤੀ, ਇੱਕ ਬੜੀ ਰਿਸਪੈਕਟ, ਬੜਾ ਪਿਆਰ, ਸਭ ਹਰ ਤਰ੍ਹਾਂ ਦੀ। ਅੱਛਾ। ਔਰ ਗੱਲਬਾਤ 'ਚ ਵੀ ਬੜੀ ਸ਼ਾਲੀਨਤਾ ਨਾਲ ਗੱਲ ਕਰਨਗੇ, ਔਰ ਕੁਝ ਹੋਰ ਵੀ ਗੱਲਾਂ ਹੈਗੀਆਂ ਜਿਸ ਕਰਕੇ ਉਹ ਸਾਡੇ ਜ਼ਿਆਦਾ ਸਮੀਪ ਹੈਗੇ ਸੀ। ਉਹ ਕਿਤੇ ਉਹਨਾਂ ਨੂੰ ਵਿਦੇਸ਼ ਯਾਤਰਾ ਤੇ ਜਾਣਾ ਪਿਆ ਸੀ,
ਜਾਣਾ ਪਿਆ ਨਾ ਜੀ ਜਾਂਦੇ ਨੇ ਸਰਕਾਰ ਦੀ ਤਰਫੋਂ, ਆਪਣੀ ਉਹਨਾਂ ਦੀ ਸਰਕਾਰ ਹੁੰਦੀ ਐਜ਼ ਪ੍ਰੈਜ਼ੀਡੈਂਟ ਬਾਹਰ ਜਾਣ, ਔਰ ਜਿੱਥੇ ਜਾਣ ਉਹ ਇੱਕ ਮੁਸਲਿਮ ਕੰਟਰੀ ਸੀ ਜੀ ਹੁਣ ਉੱਥੇ ਖਾਣ ਪੀਣ 'ਚ ਜੀ ਤੇ ਉਹਨਾਂ ਵਾਸਤੇ ਫਿਰ ਜੋ ਮਤਲਬ ਧਿਆਨ ਰੱਖਣਾ ਪੈਂਦਾ। ਜੀ ਜੀ ਬਿਲਕੁਲ। ਇਸੇ ਤਰ੍ਹਾਂ ਹੀ ਸਾਊਥ ਅਮਰੀਕਾ 'ਚ ਗਏ ਸੀ ਉਹ, ਟ੍ਰਿਨੀਡੈਡ ਵਗੈਰਾ, ਜੀ ਉੱਥੇ ਵੀ ਆਪਣੀ ਸੈਂਟਰ ਹੈਗਾ ਸੀ ਤੇ ਸੈਂਟਰ ਦੀ ਭੈਣਾਂ ਨੇ ਉਹਨਾਂ ਦਾ ਸਾਰਾ ਇੰਤਜ਼ਾਮ ਰੱਖਿਆ ਖਾਣ ਪੀਣ ਦਾ ਜਰਾ। ਤੇ ਇੱਕ ਮਤਲਬ ਇੱਕ ਜਿੰਨੀ ਸਮੀਪਤਾ ਜਿਹੜੀ ਹੁੰਦੀ ਹੈ ਨਾ ਉਹ ਉਹਦੇ ਤੇ ਬੜਾ ਡਿਪੈਂਡ ਕਰਦਾ। ਜੀ ਜੀ ਇਸ ਕਰਕੇ ਜਗਦੀਸ਼ ਭਾਈ ਜੀ ਨੂੰ ਉਹਨਾਂ ਗੱਲਾਂ ਦਾ ਸਭ ਪਤਾ ਸੀ। ਅੱਛਾ। ਔਰ ਉਹਨਾਂ ਦੇ ਨਾਲ ਮਿਲਦੇ ਜੁਲਦੇ ਰਹੇ ਨੇ ਤੇ ਉਹ ਜਾਣਦੇ ਸੀ ਕਿ ਬਈ ਇਹ ਮਾਮੂਲੀ ਜਿਹੀ ਗੱਲ ਵਾਸਤੇ ਸਿਕਿਉਰਿਟੀ ਵਾਲੇ ਭਾਵੇਂ ਕਹਿਣ, ਲੇਕਿਨ ਉਹ ਜ਼ਰੂਰ ਆਉਣਗੇ। ਔਰ ਆਏ ਜਦੋਂ ਉਹ ਉੱਪਰ ਚੜ੍ਹਦੇ ਚੜ੍ਹਦੇ ਥੋੜ੍ਹਾ ਖਿਆਲ ਵੀ ਲੋਕਾਂ ਨੂੰ ਚੱਲਿਆ ਹੋਇਆ ਹੋਵੇਗਾ, ਜੀ ਲੇਕਿਨ ਉਹ ਬੜੇ ਆਰਾਮ ਨਾਲ ਆ ਕਰਕੇ ਬੈਠੇ, ਪ੍ਰੋਗਰਾਮ ਹੋਇਆ ਬਹੁਤ ਸੋਹਣਾ, ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਬਹੁਤ ਖੁਸ਼ੀ ਸਾਰਾ ਪ੍ਰੋਗਰਾਮ ਪੂਰਾ ਹੋਇਆ ਸੀ। ਤੁਹਾਨੂੰ ਇੱਕ ਗੱਲ, ਮੈਂ ਉਸ ਪ੍ਰੋਗਰਾਮ 'ਚ ਖੁਦ ਹੈਗਾ ਸੀ, ਮੈਂ ਇਸ ਕਰਕੇ ਦੱਸ ਰਿਹਾ। ਅੱਛਾ ਜੀ, ਤਾਂ ਹੀ ਮੈਂ ਕੁਐਸਚਨ ਪੁੱਛਿਆ ਤਾਂ। ਤੁਹਾਨੂੰ ਇੱਕ ਕਿਹੜੀ ਵਿਸ਼ੇਸ਼ਤਾ ਹੈ ਜਿਹੜੀ ਉਹਨਾਂ ਦੇ ਅੰਦਰ ਨਜ਼ਰ ਆਉਂਦੀ? ਬਹੁਤ ਸਾਰੀ ਤਾਂ ਹੈ ਹੀ, ਪਰ ਇੱਕ ਵਿਸ਼ੇਸ਼ਤਾ ਕਿਆ ਹੈ? ਉਹ ਮੈਂ ਦੱਸਿਆ ਨਾ, ਐਨਸਾਈਕਲੋਪੀਡੀਆ, ਵੀ ਹਰ ਇੱਕ ਸਬਜੈਕਟ ਦਾ ਉਹਨਾਂ ਨੂੰ ਗਿਆਨ ਸੀ। ਮੈਥਮੈਟਿਕਸ ਹੋਏ, ਸਾਇੰਸ ਹੋਏ, ਹੋਰ ਵੀ ਕਈ ਗੱਲਾਂ ਹੈਗੀਆਂ ਸੀ ਤੇ ਉਸ ਹਿਸਾਬ ਨਾਲ ਉਹਨਾਂ ਦੀ ਜਿਹੜੀ ਨੌਲੇਜ ਸੀ ਉਹ ਬਹੁਤ ਜ਼ਿਆਦਾ ਸੀ। ਹਾਲਾਂਕਿ ਮੈਂ ਉਹਨਾਂ ਦੇ ਨਾਲ ਜਦੋਂ ਸਾਡੀ ਮੈਗਜ਼ੀਨ ਵਰਲਡ ਰੀਨਿਊਅਲ ਸ਼ੁਰੂ ਹੋਈ ਤੇ ਮੈਂ ਉਹਨਾਂ ਨਾਲ ਐਡੀਟਰ ਹੈਗਾ ਸੀ, ਉਹ ਚੀਫ ਐਡੀਟਰ ਹੈਗੇ ਸੀ ਜੀ। ਤੇ ਇੰਟਰੈਕਟ ਹੁੰਦਾ ਸੀ, ਆਪਸ 'ਚ ਹੁੰਦਾ ਸੀ ਕੋਈ ਨਾ ਕੋਈ ਗੱਲ 'ਚ, ਲੇਕਿਨ ਉਹਨਾਂ ਦਾ ਸੋਚਣਾ, ਉਹਨਾਂ ਦਾ ਲਿਖਣਾ, ਉਹ ਸਾਰੀ ਦੀ ਸਾਰੀ ਮੈਗਜ਼ੀਨ ਅਗਰ ਕਹੋ ਤੇ ਸਾਰੀ ਲਿਖ ਦੇਣਗੇ। ਅੱਛਾ। ਦੂਸਰਿਆਂ ਦਾ ਨਾਂ ਸਿਰਫ ਤੁਹਾਨੂੰ ਉਹਦੇ 'ਚ ਐਡ ਕਰਨਾ ਤੇ ਕਰ ਲਓ। ਤੇ ਵੱਡੀ ਸਭ ਤੋਂ ਗੱਲ ਇੱਕ ਜਾਂ ਦੋ ਇਹ ਹੋਈ ਹੈ। ਇੱਕ ਤੇ ਉਹਨਾਂ ਦਾ ਵਿਸ਼ਵਾਸ, ਪਹਿਲੀ ਗੱਲ ਜੀ, ਕਿ ਇਹ ਸਵਯੰ ਪਿਤਾ ਪਰਮਾਤਮਾ ਇਸ ਸ੍ਰਿਸ਼ਟੀ ਤੇ ਆ ਕੇ ਆਪਣਾ ਕੰਮ ਕਰ ਰਹੇ ਹੈ ਔਰ ਸਾਡਾ ਫਰਜ਼ ਹੈ ਸਾਰੀ ਦੁਨੀਆ ਨੂੰ ਇਹ ਸੰਦੇਸ਼ ਪਹੁੰਚਾਉਣਾ। ਦੂਸਰਾ, ਬਾਬਾ ਨੇ ਜੋ ਇਹ ਜ਼ਿੰਮੇਦਾਰੀ ਸਾਰੀ ਭੈਣਾਂ ਦੇ ਉੱਪਰ ਰੱਖੀ ਜੀ, ਤੇ ਭੈਣਾਂ ਵਾਸਤੇ ਉਹਨਾਂ ਨੂੰ ਬਹੁਤ ਰਿਸਪੈਕਟ ਹੁੰਦੀ ਸੀ। ਹਰ ਗੱਲ 'ਚ ਸਿਸਟਰਸ ਨੂੰ ਨਾਲ ਲੈ ਕੇ ਜਾਣਗੇ, ਇਕੱਲੇ ਨਹੀਂ ਜਾ ਕਰਕੇ ਵੀ ਮੈਂ ਮਿਲ ਕੇ ਆ ਜਾ, ਨਹੀਂ, ਸਿਸਟਰਸ ਨੂੰ ਨਾਲ। ਤੀਸਰੀ ਗੱਲ, ਕੋਈ ਵੀ ਮਿਲੇ ਤੇ ਰਮਣੀਕਤਾ ਵੀ ਸੀ, ਲੇਕਿਨ ਗਿਆਨ ਦੇ ਬਾਹਰ ਨਹੀਂ। ਉਹ ਬਹੁਤ ਸੀਰੀਅਸ ਰਹਿੰਦੇ ਥੇ ਕਹਿੰਦੇ। ਉਹ ਡਿਪੈਂਡ ਕਰਦਾ ਹੀ, ਕਦੀ ਸੀਰੀਅਸ ਗੱਲ ਕਰ ਰਹੇ ਆ ਤਾਂ ਸੀਰੀਅਸ, ਔਰ ਕਦੀ ਲਾਈਟ ਗੱਲ ਕਰਦੇ ਆ ਤਾਂ ਲਾਈਟ ਮੂਡ 'ਚ ਵੀ ਹੁੰਦੇ ਸੀ ਜੀ। ਪਰ ਸੀਰੀਅਸ ਇਸ ਕਰਕੇ ਕਿ ਤੁਸੀਂ ਅਗਰ ਲਿਖਣ ਦਾ ਕੰਮ ਕਰੋ, ਕਿਤਾਬਾਂ ਲਿਖਣੀਆਂ ਹੀ ਹੋਰ ਹੈ, ਉਹ ਬੜੀ ਇੱਕ ਕੰਸੈਂਟਰੇਸ਼ਨ ਦਾ ਕੰਮ ਹੈ, ਇਕਾਗਰਤਾ, ਅਕੇਲਾਪਨ। ਜੀ। ਤੇ ਜਾਂ ਤੇ ਫਿਰ ਤੁਸੀਂ ਲਿਖੋ ਹੀ ਕਾਮਿਕਸ, ਫਿਰ ਤੇ ਤੁਹਾਡਾ ਮੂਡ ਦੂਸਰਾ ਰਹੇਗਾ, ਲੇਕਿਨ ਅਗਰ ਤੁਸੀਂ ਗਿਆਨ ਦੀ ਗਹਿਰਾਈ ਦੀ ਗੱਲਾਂ ਕਰਨੀਆਂ ਹੀ ਔਰ ਸ਼੍ਰੀਮਦ ਭਗਵਤ ਗੀਤਾ ਦੇ ਬਾਰੇ 'ਚ ਲਿਖਣਾ ਹੀ, ਜਾਂ ਹੋਰ ਕੋਈ ਆਪਣੀ ਕੀ ਕਹੀਏ ਆਪਣੀ ਧਾਰਮਿਕ
ਮਾਈਥੋਲੋਜੀ ਔਰ ਹਿਸਟਰੀ ਦੇ ਬਾਰੇ ਚ ਕੁਝ ਲਿਖਣਾ ਹੀ, ਉਹ ਤਾਂ ਬੜੀ ਸੀਰੀਅਸ ਸਬਜੈਕਟ ਹੈਗੇ ਆ। ਜੀ ਬਿਲਕੁਲ ਇਸ ਕਰਕੇ ਉਹ ਗੰਭੀਰ ਰਹਿੰਦੇ ਸੀ। ਤੁਸੀਂ ਸੀਰੀਅਸ ਕਹਿੰਦੇ ਹੋ, ਲੇਕਿਨ ਉਹਦਾ ਸ਼ਬਦ ਹੈ ਗੰਭੀਰ, ਕਿ ਬੜਾ ਗੰਭੀਰ ਰਹਿੰਦੇ ਸੀ ਉਹ। ਜੀ ਜੀ। ਬਾਕੀ ਰਮਣੀਕ ਵੀ ਬਹੁਤ ਸੀ। ਰਮਣੀਕ ਇਤਨੇ ਸੀ ਕਿ ਬੰਬੇ 'ਚ ਜਦੋਂ ਗਣੇਸ਼ ਚਤੁਰਥੀ ਆਉਂਦੀ ਨਾ ਜੀ, ਤੇ ਗਣਪਤੀ ਦਾ ਵੱਡਾ ਵੱਡਾ ਸਟਾਲ ਬਣਦੇ ਨੇ ਜੀ, ਔਰ ਉੱਥੇ ਬਹੁਤ ਜ਼ਿਆਦਾ ਅੱਛੀ ਤਰ੍ਹਾਂ ਮਤਲਬ ਬੰਬੇ 'ਚ ਲੋਕ ਮਨਾਉਂਦੇ ਨੇ, ਮਹਾਰਾਸ਼ਟਰ 'ਚ। ਤੇ ਸ਼ੀਲੇਂਦਰਾ ਦਾਦੀ ਔਰ ਉਹਨਾਂ ਦੀ ਮਦਰ ਜੀ, ਕੁਈਨ ਮਦਰ, ਉਹ ਖਾਸ ਜਗਦੀਸ਼ ਭਾਈ ਨੂੰ ਬੁਲਾਉਂਦੀ ਸੀ। ਅੱਛਾ। ਗਣੇਸ਼ ਜੀ ਕਹਿ ਕਰਕੇ ਉਹਨਾਂ ਨੂੰ ਬੁਲਾ ਕੇ ਉਹ ਸਾਰੇ ਦਿਖਾਉਂਦੇ ਵੀ ਸੀ। ਇੱਕ ਵਾਰ ਉਹ ਦਿਖਾਏ ਔਰ ਫਿਰ ਹਰ ਸਾਲ ਜਦੋਂ ਗਣੇਸ਼ ਚਤੁਰਥੀ ਆਏ ਤੇ ਬੂੰਦੀ ਦੇ ਲੱਡੂ ਬਣਾ ਕਰਕੇ ਉਹਨਾਂ ਨੂੰ ਭੇਜਦੇ ਸੀ। ਜੀ। ਤੇ ਇਹ ਤੇ ਰਮਣੀਕ ਗੱਲਾਂ ਹੈਗੀਆਂ ਥੋੜੀਆਂ। अंत समय से उन्होंने शरीर बहुत खराब था, फिर भी उन्होंने उस शरीर ना देख के सेवा की, बोलते एक मीटिंग बुलाई। शरीर खराब नहीं था, तबीयत खराब थी। तबीयत भी खराब, ऐसी कोई वो बात नहीं थी जो आप लोग समझते हैं। बात ये थी कि उनका वो क्रिटिनिन लेवल बढ़ गया हुआ था जी। और दूसरा ये क्या नाम है, किडनी से ज़्यादा तो ये क्या नाम है, लीवर की प्रॉब्लम थी उस समय या किडनी की थी। मतलब डॉक्टर्स को दिल्ली से भी बुलाते थे, बॉम्बे से भी बुलाते थे, वो अपनी तरफ से कोशिश करते थे, लेकिन जब नहीं ठीक हो सकते थे तो डॉक्टर्स ने कह दिता कि भी हुण साडे वस दी गल नहीं है। उस वेले भी उन्होंने मीटिंग रखी थी सेवा वास्ते। उस वेले सोनीपत दी जड़ी जमीन है जी, ਉਹਦੇ ਵਾਸਤੇ ਉਹਨਾਂ ਨੇ ਆਪਣਾ ਜਿਹੜਾ ਇੱਕ ਆਰਕੀਟੈਕਟ ਨੂੰ ਬੁਲਾ ਕਰਕੇ ਉਹਨਾਂ ਨਾਲ ਡਿਸਕਸ਼ਨ ਕੀਤੀ ਸੀ। ਮੈਂ ਵੀ ਉਹਦੇ ਹਿੱਸਾ ਹੈਗਾ ਸੀ। ਲੇਕਿਨ ਗੱਲ ਇਹ ਹੈ ਕਿ ਉਹ ਸਭ ਉਹਨਾਂ ਦੀ ਬੜੀ ਪਲਾਨ ਸੀ ਕਿ ਇਹੋ ਜਿਹੀ ਚੀਜ਼ ਕੁਝ ਬਣੇ ਸੋਨੀਪਤ 'ਚ। ਉਹ ਜ਼ਮੀਨ ਵੀ ਉਹਨਾਂ ਨੇ ਮਿਹਨਤ ਕਰਕੇ ਲਈ ਸੀ ਸਰਕਾਰ ਤੋਂ। और लेकिन दुनिया च पता नहीं क्या क्या ਹੁੰਦਾ ਹੀ। ਜ਼ਮੀਨ ਹੁਣ ਸਾਡੇ ਕਬਜ਼ੇ 'ਚ ਹੈਗੀ ਹੈ ਸ਼ੁਰੂ ਤੋਂ। ਸਭ ਕੁਝ ਹੈ ਤੇ ਉਧਰ ਇੱਕ ਪਾਸੇ ਉਸ ਜ਼ਮੀਨ 'ਚ ਇੱਕ ਰਿਟਰੀਟ ਸੈਂਟਰ ਬਣ ਚੁੱਕਿਆ ਜੀ, ਔਰ ਬਾਕੀ ਦੂਸਰੀ ਸਾਈਡ ਅਜੇ ਉਹ ਕੁਝ ਮਿਊਜ਼ੀਅਮ ਵਗੈਰਾ ਬਣਾਉਣ ਦੀ ਪਲਾਨ ਹੈਗੇ ਆ। ਉਹ ਬਣ ਜਾਏਗਾ ਜਿਹੜਾ ਹੁਣ ਸਫਲ ਹੋ ਗਿਆ ਵਾ। ਹਾਂ, ਸਫਲ ਹੋ ਗਿਆ। ਲੇਕਿਨ ਉਹਨਾਂ ਦੇ ਦਿਲ 'ਚ ਇਹ ਸੀ ਕਿ ਸੋਨੀਪਤ ਦੀ ਜ਼ਮੀਨ ਜਿਹੜੀ ਹੈ ਇੱਥੇ ਗਰੀਬ ਬੱਚਿਆਂ ਵਾਸਤੇ ਵੀ ਕੁਝ ਕੀਤਾ ਜਾਏ, ਉਹਨਾਂ ਨੂੰ ਸਕੂਲ ਬਣਾ ਕੇ ਦਿੱਤਾ ਜਾਏ ਔਰ ਉਹਨਾਂ ਨੂੰ ਅੱਛੀ ਤਰ੍ਹਾਂ ਪੜ੍ਹਾਈ ਜਾਏ। ਔਰ ਕੁਝ ਜਿਹੜੇ ਉਸ ਦੇ ਆਸ-ਪਾਸ ਦੇ ਗਾਉਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਕੁਝ ਕਾਰੋਬਾਰ ਵੀ ਮਿਲ ਜਾਏਗੀ। ਬਹੁਤ ਸਾਰੀਆਂ ਗੱਲਾਂ ਸੀ ਤੇ ਉਹ ਹੈ ਵੀ ਹੋ ਵੀ ਰਿਹਾ ਹੀ ਉੱਥੇ, ਪ੍ਰੈਕਟੀਕਲੀ ਵੀ ਹੋ ਰਿਹਾ। ਲੇਕਿਨ ਉਹਨਾਂ ਦੇ ਦਿਲ 'ਚ ਇਹ ਸੀ ਕਿ ਬਈ ਪਰਮਾਨੈਂਟ ਇੱਕ ਵੱਡਾ ਕੋਈ ਇਹੋ ਜਿਹਾ ਸਥਾਨ ਬਣੇ ਜੋ ਪਬਲਿਕ ਜਾਂਦੀ ਆਉਂਦੀ ਹਾਈਵੇ ਤੋਂ ਉੱਥੇ ਰੁਕ ਕਰਕੇ ਦੇਖ ਕਰਕੇ ਜਾਣ, ਸੰਦੇਸ਼ ਲੈ ਕੇ ਜਾਣ। ਤੇ ਉਹ ਜ਼ਮੀਨ ਦਾ ਤਾਂ ਜਦੋਂ ਮਤਲਬ ਗੌਰਮੈਂਟ ਦੀਆਂ ਚੀਜ਼ਾਂ ਤੇ ਜਲਦੀ ਨਹੀਂ ਮਿਲਦੀਆਂ ਜੀ ਜੀ। ਤੇ ਉਹ ਜ਼ਮੀਨ ਦਾ ਜਦੋਂ ਫੈਸਲਾ ਹੋਣਾ ਸੀ ਉਸ ਤੋਂ ਪਹਿਲੇ ਫਿਰ ਓਮ ਸ਼ਾਂਤੀ ਰਿਟਰੀਟ ਸੈਂਟਰ ਵਾਲੀ ਜਿਹੜੀ ਜ਼ਮੀਨ ਹੈ
ਫਿਰ ਫੈਸਲਾ ਹੋ ਗਿਆ ਸੀ ਔਰ ਉਹਦਾ ਬਾਕਾਇਦਾ ਸਾਰਾ ਪਲੈਨਿੰਗ ਕਰਕੇ ਉਹ ਬਣ ਵੀ ਗਈ ਔਰ ਫਿਰ ਪ੍ਰੈਜ਼ੀਡੈਂਟ ਅਬਦੁਲ ਕਲਾਮ ਜੀ ਨੇ ਉਹਦਾ ਉਦਘਾਟਨ ਵੀ ਕੀਤਾ। ਉਹਦੇ 'ਚ ਵੀ ਜਗਦੀਸ਼ ਭਾਈ ਜੀ ਵਗੈਰਾ ਸੀ ਉਸ ਵੇਲੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਦਾ ਭਲਾ। ਕਿਤੇ ਗੁਰਬਾਣੀ ਦੇ ਸ਼ਬਦ ਹੈਗੇ ਆ ਤੇ ਅਸੀਂ ਗੁਰਬਾਣੀ ਦੇ ਸ਼ਬਦਾਂ ਨੂੰ ਉਸੇ ਰੂਪ 'ਚ ਜਦੋਂ ਕਹਾਂਗੇ ਤੇ ਸਾਨੂੰ ਵੀ ਸੁੱਖ ਮਿਲੇਗਾ, ਸੁਣਨੇ ਵਾਲੇ ਨੂੰ ਸੁੱਖ ਮਿਲੇਗਾ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਦਾ ਭਲਾ ਜੀ। ਹੁਣ ਇਹਦਾ ਵਿਸਤਾਰ 'ਚ ਅਗਰ ਅਰਥ ਦੱਸਣਾ ਹੋਏ ਇਹੀ ਹੈ ਕਿ ਜਦੋਂ ਤੁਹਾਡੀ ਆਪਣੀ ਜੀਵਨ 'ਚ ਸ੍ਰੇਸ਼ਟਤਾ ਆਉਂਦੀ ਜਾਂਦੀ ਹੈ, ਦੈਵੀ ਗੁਣ ਅੱਛੀ ਤਰ੍ਹਾਂ ਪ੍ਰੈਕਟੀਕਲ ਲਾਈਫ 'ਚ ਆ ਜਾਂਦੇ ਹੈ, ਤੁਹਾਡਾ ਵਿਵਹਾਰ ਜਿਹੜਾ ਹੀ ਬੜਾ ਸ਼ਾਲੀਨਤਾ ਵਾਲਾ ਬਣ ਜਾਂਦਾ ਹੈ, ਬੜਾ ਰਮਣੀਕ ਤੁਹਾਡੀ ਬੋਲ ਚਾਲ ਰਹਿੰਦੀ ਹੈ ਔਰ ਹਰ ਇੱਕ ਦੇ ਨਾਲ ਬੜੇ ਪਿਆਰ ਨਾਲ ਮਿਲਦੇ ਹੋ, ਪਿਆਰ ਨਾਲ ਗੱਲ ਕਰਦੇ ਹੋ ਤੇ ਫਿਰ ਲੋਕਾਂ ਨੂੰ ਅੱਛਾ ਲੱਗਦਾ ਔਰ ਫਿਰ ਤੁਹਾਡੀ ਜੋ ਵੀ ਕੋਈ ਵਿਸ਼ੇਸ਼ਤਾ ਹੋਏਗੀ ਜਾਂ ਗਿਆਨ ਹੋਏਗਾ ਜਾਂ ਈਸ਼ਵਰੀ ਮਰਿਆਦਾ ਦੀ ਕੋਈ ਗੱਲ ਹੋਏਗੀ ਉਹ ਬੜੇ ਪਿਆਰ ਨਾਲ ਸੁਣਨਗੇ, ਧਿਆਨ ਨਾਲ ਔਰ ਉਹਨੂੰ ਆਪਣੇ ਜੀਵਨ 'ਚ ਲਿਆਉਣ ਵਾਸਤੇ ਸੰਕਲਪ ਵੀ ਲੈ ਸਕਦੇ ਆ ਤੇ ਬਹੁਤ ਵੱਡੀ ਸੇਵਾ ਹੈ ਉਹਦੇ 'ਚ। ਇਸ ਕਰਕੇ ਕਿਹਾ ਜਾਂਦਾ ਹੈ ਨਾਨਕ ਨਾਮ ਮਾਨਾ ਪਰਮਾਤਮਾ ਦੀ ਯਾਦ ਜੀ, ਵਾਹਿਗੁਰੂ ਦੀ ਯਾਦ, ਸ਼ਿਵ ਬਾਬਾ ਦੀ ਯਾਦ ਜਿਹੜੀ ਹੈ ਤੇ ਉਹ ਚੜ੍ਹਦੀ ਕਲਾ। ਉਸ ਯਾਦ ਨਾਲ ਦੇਖੋ ਕਿਤਨੇ ਫਾਇਦੇ ਹੁੰਦੇ ਆ। ਈਸ਼ਵਰੀ ਯਾਦ ਦੇ ਫਲਸਵਰੂਪ ਜੀ ਆਤਮਾ ਪਾਵਨ ਬਣਦੀ ਹੈ, ਉਹਦੇ ਪੁਰਾਣੇ ਹਿਸਾਬ ਕਿਤਾਬ ਕਰਮਾਂ ਦਾ ਜਿਹੜਾ ਹਿਸਾਬ ਕਿਤਾਬ ਉਹ ਸਮਾਪਤ ਹੋ ਜਾਂਦਾ ਹੈ ਔਰ ਫਿਰ ਉਸ ਦੇ ਨਾਲ ਗਿਆਨ ਦੀ ਜਿਹੜੀ ਸ੍ਰੇਸ਼ਟ ਤੋਂ ਸ੍ਰੇਸ਼ਟ ਗਿਆਨ ਦੀਆਂ ਗੱਲਾਂ ਹੀ ਉਹ ਅੱਛੀ ਤਰ੍ਹਾਂ ਸਮਝ 'ਚ ਆ ਜਾਂਦੀਆਂ। ਨਹੀਂ ਤੇ ਅਸੀਂ ਦੇਖੋ, ਮੈਂ ਮਾਫ ਕਰਨਾ ਕਿਸੇ ਦਾ ਕੋਈ ਉਹ ਨਹੀਂ ਮੈਂ ਕਰਨਾ ਚਾਹੁੰਦਾ, ਲੇਕਿਨ ਅਸੀਂ ਪੜ੍ਹਦੇ ਜ਼ਰੂਰ ਹਾਂ। ਜਿਸ ਤਰ੍ਹਾਂ ਗੁਰਦੁਆਰੇ 'ਚ ਜਾਈਦਾ, ਮੱਥਾ ਟੇਕੀਦਾ, ਬੜੀ ਭਾਵਨਾ ਹੁੰਦੀ ਆ ਉਸ ਵੇਲੇ ਔਰ ਉਸ ਵੇਲੇ ਜਦੋਂ ਅਰਦਾਸ ਹੁੰਦੀ ਹੈ ਸਭ ਖੜੇ ਹੋ ਕਰਕੇ ਬੜੇ ਪਿਆਰ ਨਾਲ ਉਹਦੇ 'ਚ ਪਾਰਟੀਸਪੇਟ ਕਰਦੇ ਅਰਦਾਸ ਦੇ ਟਾਈਮ ਤੇ ਉਸ ਵੇਲੇ ਇਤਨਾ ਅੱਛਾ ਲੱਗਦਾ ਹੀ। ਅਗਰ ਉਹੀ ਚੀਜ਼ਾਂ ਜਿਹੜੀਆਂ ਸਾਡੀ ਜੀਵਨ 'ਚ ਆ ਜਾਣ ਤੇ ਕਿਆ ਹੋ ਜਾਏ ਜੀ। ਬਿਲਕੁਲ ਸਹੀ। ਤੇ ਇਸ ਕਰਕੇ ਕਿਹਾ ਜਾਂਦਾ ਹੈ ਕਿ ਨਾਨਕ ਨਾਮ ਮਾਨਾ ਪਰਮਾਤਮਾ ਨੂੰ ਯਾਦ ਕਰਨਾ, ਵਾਹਿਗੁਰੂ ਨੂੰ ਯਾਦ ਕਰਨਾ। ਉਹ ਕੋਈ ਉਹਨੂੰ ਨਾਮ ਲੈਣ ਦੀ ਗੱਲ ਕਰਦੇ ਆ ਤੇ ਪਰਮਾਤਮਾ ਤੋਂ ਸਿਵਾ ਤੇ ਹੋਰ ਕੋਈ ਨਾਮ ਹੈ ਨਹੀਂ। ਅਸੀਂ ਉਹਨਾਂ ਨੂੰ ਸ਼ਿਵ ਬਾਬਾ ਕਹਿ ਦਿੰਦੇ ਹਾਂ ਜੀ। ਬਿਲਕੁਲ। ਤੇ ਸ਼ਿਵ ਬਾਬਾ ਨੂੰ ਯਾਦ ਕਰਨਾ ਉਹਦੇ ਕਰਕੇ ਸਾਡੀ ਚੜ੍ਹਦੀ ਕਲਾ ਹੋ ਜਾਂਦੀ, ਯਾਨੀ ਆਤਮਾ ਉਚਾਈ 'ਚ ਜਾਂਦੀ ਹੈ। ਫਿਰ ਉਹਦੇ 'ਚ ਸ਼ਕਤੀ ਵੀ ਜ਼ਿਆਦਾ ਵੱਧਦੀ ਹੈ, ਉਹਦੇ 'ਚ ਗੁਣ ਵੀ ਜ਼ਿਆਦਾ ਹੋ ਜਾਂਦੇ ਆ, ਉਹਦੇ 'ਚ ਗਿਆਨ ਵੀ ਜ਼ਿਆਦਾ ਹੋ ਜਾਂਦਾ ਹੈ, ਪਵਿੱਤਰਤਾ ਵੀ ਵੱਧਦੀ ਹੈ, ਸਭ ਕੁਛ ਜੀ। ਉਹਦਾ ਫਿਰ ਸਭ ਦਾ ਭਲਾ ਹੋ ਜਾਂਦਾ ਔਰ ਅੰਡਰਸਟੂਡ ਹੈ। ਜਦੋਂ ਕਿਸੇ ਵਿਅਕਤੀ 'ਚ ਕਿਸੇ ਭਾਈ ਜਾਂ ਭੈਣ ਦੇ ਜੀਵਨ 'ਚ ਬਹੁਤ ਅੱਛੀ ਗੁਣਾਂ ਦੀ ਵਿਸਤਾਰ ਹੋਏਗਾ ਤੇ ਉਹ ਕਾਹਦੇ ਵਾਸਤੇ ਹੋਏਗਾ? ਆਪਣੇ ਪਰਿਵਾਰ ਵਾਸਤੇ ਹੋਏਗਾ, ਆਪਣੇ ਸਮਾਜ ਵਾਸਤੇ ਹੋਏਗਾ, ਆਪਣੇ ਦੇਸ਼ ਵਾਸਤੇ ਹੋਏਗਾ, ਇਸ ਵਿਸ਼ਵ ਵਾਸਤੇ ਹੋਏਗਾ ਜੀ। ਭਾਜੀ ਬਹੁਤ ਅੱਛਾ ਲੱਗਿਆ ਅੱਜ ਤੁਸੀਂ ਸਾਨੂੰ ਕੁਝ ਭਗਵਾਨ ਦੀ ਗੱਲਾਂ ਵੀ ਦੱਸੀ
ਤੇ ਨਾਲੇ ਆਪਣਾ ਅਨੁਭਵ ਤੇ ਨਾਲੇ ਸੇਵਾਵਾਂ ਦੀ ਗੱਲਾਂ ਦੱਸੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਤੇ ਤੁਹਾਡਾ ਔਰ ਜਗਦੀਸ਼ ਭਾਈ ਜੀ ਦਾ, ਜਿਹਦੇ ਕਰਕੇ ਇਹ ਗੱਲਾਂ ਸਾਰੀਆਂ ਸਮਾਪਤ